जननी जिन जाया धन पिता प्रदान सतगुर सेव सुख पाया बिचो गया गुमान हर के सेवक जो हर पाए तिन की कथा निरारी रे आवह ना जाहे ना कबहु मरते पार ब्रह्म संगारी रे हर हर जन दोई एक है बेब विचार कश नाहे जलते उपजत रंग ज्यों जल ही बिखै समाहे परम सन्मान अते सत्कारयोग गरीब निवाज अंतरजामी सच्चे पातशाह जी दी साजी नवाजी गुरु स्वरूप गुरु खालसा साध संगत जीओ रसना नू करो पवित्र प्यार सत्कार नाल गुर फतेह दी सांझ पाओ जी वाहिगुरु जी का खालसा वाहिगुरु जी की फतेह। आप जी समूह सत संगी गुरमुख माई पाई दूरों नेड़ों चल करके जुगो जुग अटल चवर छतर तख्त दे मालिक श्री गुरु ग्रंथ साहिब जी दी पावन पवित्र हजूरी अंदर काफ़ी लम्मे समय तो लै करके हाजरियां लगवा रहे हो। शामां दे सजे हुए दीवाना विच जिथे सोदार रहराज साहिब जी दी पावन गुरबाणी दे पाठ होए गुरबाणी जी दा रस पिन्ना शब्द कीर्तन गुरु प्यारियां दी रसना तो श्रवण कीता। श्री गुर प्रताप सूरज ग्रंथ दी लड़ीवार रूप विच चल रही कथा विचार सत्कारयोग ज्ञानी बलवंत सिंह जी उन्हां पासों बड़े प्यार सत्कार दे नाल श्रवण कर रहे सी। दूसरे पासे पूर्ण ब्रह्म ज्ञान दी अवस्था दे विच स्थित होए महापुरख धन बाबा बुढ़ा साहिब जी दा जोड़ मेल अज इस पावन अस्थाना ते संगतां बड़ी शरधा भावना नाल मना रहीआं हन। जिन्हां सतपुरखां दे जीवन दे संबंध विच 2 दिन तो लै करके गुरमत विचारां आपां आरंभ कीतियां। जिमें बाबा बुढ़ा साहिब जी ने
ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨ ਕਬਲਾਂ ਦੇ ਵਿੱਚ ਰਹਿ ਕਰਕੇ ਬੇਅੰਤ ਆਨੰਦ ਮਾਨਣਾ ਕੀਤਾ। ਬੌਲੀ ਸਾਹਿਬ ਦੇ ਟੱਕ ਲਾਏ, ਅਰਦਾਸਾਂ ਬੇਨਤੀਆਂ ਕੀਤੀਆਂ। ਉੱਥੇ ਜਦੋਂ ਸੇਵਾ ਚੱਲ ਰਹੀ ਸੀ ਬੌਲੀ ਸਾਹਿਬ ਦੀ, ਤਾਂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਭਾਈ ਜੇਠਾ ਜੀ ਦੇ ਰੂਪ ਵਿੱਚ ਹਾਜ਼ਰ ਹੋਏ ਨੇ। ਇਹਨਾਂ ਨੇ ਆ ਕਰਕੇ ਜਦੋਂ ਸੇਵਾ ਵਿੱਚ ਆਪਣਾ ਹਿੱਸਾ ਪਾਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕਰਕੇ ਬੀਬੀ ਭਾਨੀ ਜੀ ਦਾ ਰਿਸ਼ਤਾ ਨਾਤਾ ਭਾਈ ਜੇਠਾ ਜੀ ਨਾਲ ਕੀਤਾ। ਤਾਂ ਜਿਸ ਵੇਲੇ ਲਾਹੌਰ ਦੀਆਂ ਕੁਝ ਸੰਗਤਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਦੇ ਸਰੀਕੇ ਵਾਲੇ ਵੀ ਆਏ, ਉਹਨਾਂ ਸੋਚਿਆ ਵੀ ਆਪਣੇ ਸਸੁਰਾਲ ਘਰ ਦੇ ਵਿੱਚ ਭਾਈ ਜੇਠਾ ਰਹਿੰਦਾ, ਬੜਾ ਮਾਣ ਸਤਿਕਾਰ ਹੋਵੇਗਾ, ਸਾਡੀ ਵੀ ਸੇਵਾ ਬੜੇ ਸੋਹਣੇ ਢੰਗ ਨਾਲ ਹੋਵੇਗੀ। ਜਦੋਂ ਆ ਕੇ ਵੇਖਿਆ ਤਾਂ ਬੌਲੀ ਸਾਹਿਬ ਦੀ ਸੇਵਾ ਵਿੱਚ ਜੁਟੇ ਹੋਏ ਨੇ, ਕਮਰ ਕਸਾ ਕੀਤਾ। ਸੀਸ ਦੇ ਉੱਪਰ ਮਿੱਟੀ ਦਾ ਬਹੁਤ ਭਾਰੀ ਟੋਕਰਾ ਚੁੱਕ ਕੇ ਬਾਹਰ ਸੁੱਟਣ ਆਉਂਦੇ ਨੇ। ਕੁਝ ਜਿਹੜੀ ਮਿੱਟੀ ਹੈ ਤਨ ਦੇ ਉੱਪਰ ਲੱਗੀ। ਸਰੀਕੇ ਵਾਲਿਆਂ ਨੇ ਬਹੁਤ ਸਾਰੇ ਮਿਹਣੇ ਮਾਰੇ ਭਾਈ ਜੇਠਾ ਜੀ ਨੂੰ ਕਿ ਤੁਸਾਂ ਨੇ ਆ ਕਰਕੇ ਇੱਥੇ ਆਪਣੇ ਸਸੁਰਾਲ ਘਰ ਦੇ ਵਿੱਚ ਟੋਕਰੀਆਂ ਢਾਉਣ ਦਾ ਕੰਮ ਕਰ ਲਿਆ। ਇੱਥੋਂ ਤੱਕ ਸ਼ਬਦ ਵਰਤੇ ਕਿ ਟੁੱਕੜ ਖਾਣ ਦੇ ਮਾਰੇ ਇੱਥੇ ਮਿੱਟੀ ਢਾਉਂਦੇ ਹੋ। ਇਹ ਜਦੋਂ ਪਤਾ ਚੱਲਿਆ ਗੁਰੂ ਦਿਆਂ ਸਿੱਖਾਂ ਨੂੰ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਕੰਨਾਂ ਵਿੱਚ ਇਹ ਬੋਲ ਪਏ ਕਿ ਸਰੀਕੇ ਵਾਲੇ ਆ ਕੇ ਭਾਈ ਜੇਠਾ ਜੀ ਨੂੰ ਮਿਹਣੇ ਮਾਰਦੇ ਨੇ, ਤਾਂ ਬਾਬਾ ਬੁੱਢਾ ਸਾਹਿਬ ਜੀ ਸਾਹਮਣੇ ਹਨ। ਬਾਬਾ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਇਹ ਜਿਹੜੇ ਲੋਕ ਸਰੀਕੇ ਵਾਲੇ ਕਹਿੰਦੇ ਨੇ ਕਿ ਸਰੀਰ ਮਿੱਟੀ ਚਿੱਕੜ ਦੇ ਨਾਲ ਭਾਈ ਜੇਠੇ ਦਾ ਲਿਬੜਿਆ ਪਿਆ, ਮਿੱਟੀ ਦੀਆਂ ਟੋਕਰੀਆਂ ਢੋਂਦਾ ਪਿਆ, ਤੇ ਤੁਹਾਡੀ ਦ੍ਰਿਸ਼ਟੀ ਵਿੱਚ ਕੀ ਜਾਪਦਾ ਹੈ? ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਸੀ ਕਿ ਸਾਡਾ ਸਰੂਪ ਤੁਹਾਡੇ ਤੋਂ ਕਦੇ ਛੁਪੇਗਾ ਨਹੀਂ, ਕਦੇ ਓਲੇ ਨਹੀਂ ਹੋਵਾਂਗੇ। ਫਿਰ ਉੱਥੇ ਬਚਨ ਆਖੇ ਸੀ ਬਾਬਾ ਬੁੱਢਾ ਸਾਹਿਬ ਜੀ ਨੇ, ਕਹਿੰਦੇ ਸਤਿਗੁਰੂ ਇਹਨਾਂ ਦੀ ਚੰਮ ਦ੍ਰਿਸ਼ਟੀ ਹੈ, ਚਮੜੇ ਨੂੰ ਵੇਖਦੇ ਨੇ, ਚਮੜੇ ਦੇ ਪਾਰਖੂ ਨੇ, ਇਹਨਾਂ ਦੀ ਦਿਵ ਦ੍ਰਿਸ਼ਟੀ ਦਾ ਅੰਦਰਲਾ ਤੀਸਰਾ ਨੇਤਰ ਨਹੀਂ ਖੁੱਲਿਆ। ਜਿਹੜਾ ਇਹਨਾਂ ਨੂੰ ਮਿੱਟੀ ਦਾ ਟੋਕਰਾ ਦਿਸਦਾ ਸੀਸ ਦੇ ਉੱਤੇ, ਸਾਨੂੰ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਛਤਰ ਦਿਸਦਾ ਹੈ। ਤਰਲੋਕੀ ਦਾ ਛਤਰ ਇਹਨਾਂ ਦੇ ਸੀਸ ਤੇ ਝੁੱਲੇਗਾ। ਗੁਰੂ ਨਾਨਕ ਦੇ ਤਖਤ ਦੇ ਮਾਲਕ ਹੋਣਾ ਇਹਨਾਂ ਨੇ। ਜਿਹੜੀ ਤਨ ਦੇ ਉੱਤੇ ਮਿੱਟੀ ਪਈ ਚਿੱਕੜ ਜਾਪਦਾ ਦਿਸਦਾ ਇਹਨਾਂ ਨੂੰ, ਉਹ ਸਾਨੂੰ ਕੇਸਰ ਦੇ ਛਿੱਟੇ ਜਾਪਦੇ ਨੇ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ। ਰਸਨਾ ਤੋਂ ਨਿਕਲਿਆ ਬ੍ਰਹਮ ਗਿਆਨੀ ਦਾ ਵਚਨ ਕਿਵੇਂ ਵਿਰਥਾ ਹੋ ਸਕਦਾ? ਫਿਰ ਮਹਾਨ ਸੇਵਾ ਦੇ ਵਿੱਚ ਜਦੋਂ ਕਸਵੱਟੀਆਂ ਲੱਗੀਆਂ, ਭਾਈ ਰਾਮਾ ਜੀ ਨੇ ਕਹਿ ਦਿੱਤਾ ਸੀ ਆਪ ਦੀ ਅਵਸਥਾ ਵੱਡੀ ਹੋ ਚੁੱਕੀ, ਤੁਹਾਨੂੰ ਭਲੇ ਬੁਰੇ ਦਾ, ਚੰਗੇ ਮਾੜੇ ਦਾ ਪਤਾ ਨਹੀਂ ਚੱਲਦਾ। ਉੱਥੇ ਭਾਈ ਜੇਠਾ ਜੀ ਨੇ ਫਿਰ ਸਤ ਵਚਨ ਕਰਕੇ ਥੜਾ ਢਾ ਦਿੱਤਾ। ਫਿਰ ਸਾਰੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਕੀਤੀਆਂ। ਗੁਰਤਾ ਗੱਦੀ ਦੇ ਤਖਤ ਤੇ ਬਿਠਾਇਆ, ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਸੀ ਬਾਬਾ ਜੀ ਮੱਥੇ ਤੇ ਤਿਲਕ ਦੀ ਰਸਮ ਆਪ ਜੀ ਪੂਰੀ ਕਰੋ। ਕਿੱਡੇ ਵੱਡੇ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਇਹ ਮਾਣ ਮਿਲਿਆ ਕਿ ਹਰ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਬਾਕੀ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਤਾ ਗੱਦੀ ਦਾ ਤਿਲਕ ਦੇਣ ਦਾ ਮਾਣ ਮਿਲਿਆ।
ਬਾਕੀ ਪਹਿਲਾ ਸਭ ਤੋਂ ਜਿਹੜਾ ਸੀਸ ਸਤਿਗੁਰੂ ਆਪ ਟੇਕਦੇ ਸਨ, ਤੇ ਦੂਸਰਾ ਸਾਰੀ ਸੰਗਤ ਦੇ ਵੱਲੋਂ ਜਿਹੜਾ ਮੱਥਾ ਟੇਕਣ ਦਾ ਮਾਣ, ਇਹ ਵੀ ਬਾਬਾ ਬੁੱਢਾ ਸਾਹਿਬ ਨੂੰ ਮਿਲਦਾ ਰਿਹਾ। ਪਹਿਲਾਂ ਆਪ ਸਤਿਗੁਰੂ ਮੱਥਾ ਟੇਕਦੇ ਪਰਿਕਰਮਾ ਕਰਕੇ, ਫਿਰ ਬਾਬਾ ਬੁੱਢਾ ਜੀ ਤਿਲਕ ਦੇ ਕਰਕੇ ਮੱਥਾ ਟੇਕਿਆ ਕਰਦੇ, ਫਿਰ ਸੰਗਤਾਂ ਝੁਕਦੀਆਂ ਸਨ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋਈ ਹੈ। ਫਿਰ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਇਹ ਨਗਰੀ ਹੈ, ਇਹਨੂੰ ਵਸਾਉਣ ਦਾ ਇਸ਼ਾਰਾ ਤੀਸਰੇ ਪਾਤਸ਼ਾਹ ਸਤਿਗੁਰੂ ਨੇ ਕਰ ਦਿੱਤਾ ਕਿ ਭਾਈ ਜੇਠਾ ਜੀ ਜਾ ਕਰਕੇ ਹੁਣ ਨਗਰ ਵਸਾਓ। ਫਿਰ ਨਿਮਰਤਾ ਵਿੱਚ ਆ ਕੇ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਸੀ, ਸਤਿਗੁਰੂ ਇੰਨੀ ਸਮਰੱਥਾ ਨਹੀਂ ਕਿ ਮੈਂ ਢੂੰਡ ਕਰ ਸਕਾਂ ਕਿਹੜਾ ਇਲਾਕਾ ਹੋਵੇ, ਕਿਹੜੀ ਧਰਤੀ ਹੈ ਤੇ ਕਿਵੇਂ ਉੱਥੇ ਨਗਰ ਵਸਾਉਣਾ, ਇਹਦੀ ਬਿਉਂਤਬੰਦੀ ਆਪ ਹੀ ਦੱਸੋ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪ ਨਾਲ ਚੱਲ ਕਰਕੇ ਗਏ ਨੇ ਅੰਮ੍ਰਿਤਸਰ ਗੁਰੂ ਕੀ ਨਗਰੀ, ਗੁਰੂ ਕੇ ਚੱਕ ਦੀ ਮੋਹੜੀ ਗੱਡਣ ਵਾਸਤੇ। ਬਾਬਾ ਬੁੱਢਾ ਸਾਹਿਬ ਨਾਲ ਹਨ। ਜਦੋਂ ਇਸ ਨਗਰ ਦੀ ਮੋਹੜੀ ਗੱਡਣ ਲੱਗੇ ਨੇ, ਅਰਦਾਸ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਗਿਆ। ਬਾਬਾ ਜੀ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸਾ ਕੀਤਾ ਨਗਰ ਦੀ ਮੋਹੜੀ ਗੱਡਣ ਦਾ। ਜਦੋਂ ਕਹੀ ਮੰਗਾਈ ਹੈ ਟੱਕ ਲਾਉਣ ਲੱਗੇ ਤਾਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਉਹ ਕਹੀ ਬਾਬਾ ਬੁੱਢਾ ਜੀ ਦੇ ਕਰ ਕਮਲਾਂ ਵਿੱਚ ਦੇ ਦਿੱਤੀ। ਮਾਣ ਕੀਤਾ ਕਿ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਕਮਾਉਂਦੇ ਆ ਰਹੇ ਨੇ, ਤੇ ਉੱਥੇ ਟੱਕ ਵੀ ਜਿਹੜਾ ਕਹੀ ਨਾਲ ਬਾਬਾ ਬੁੱਢਾ ਸਾਹਿਬ ਦੇ ਕਰ ਕਮਲਾਂ ਨਾਲ ਲੱਗਿਆ। ਫਿਰ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾਏ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ। ਇੱਧਰ ਚੌਥੇ ਪਾਤਸ਼ਾਹ ਸਤਿਗੁਰੂ ਜੀ ਨੇ ਫਿਰ ਇਹ ਨਗਰ ਵਸਾਉਣਾ ਸ਼ੁਰੂ ਕੀਤਾ। ਉਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਵੱਡਾ ਰੋਲ ਸੀ। ਸੰਗਤਾਂ ਨੂੰ ਪ੍ਰੇਰਣਾ ਦੇ ਕਰਕੇ ਅੰਮ੍ਰਿਤਸਰ ਗੁਰੂ ਕੀ ਨਗਰੀ ਵੱਲ ਨੂੰ ਲੈ ਕੇ ਆਉਣਾ, ਫਿਰ ਉਹਨਾਂ ਸੰਗਤਾਂ ਦੀਆਂ ਸੇਵਾਵਾਂ ਹੱਥਾਂ ਨਾਲ ਕਰਨੀਆਂ ਕਿ ਇਹ ਗੁਰੂ ਕੀਆਂ ਸੰਗਤਾਂ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਸਰੋਵਰ ਦੀ ਜਦੋਂ ਪਟਵਾਈ ਆਰੰਭ ਹੋਈ, ਸਭ ਤੋਂ ਵੱਡਾ ਟੋਕਰਾ ਆਪਣੇ ਸੀਸ ਤੇ ਚੁੱਕਿਆ, ਕਿਉਂਕਿ ਬ੍ਰਹਮ ਗਿਆਨੀ ਪੂਰਨੇ ਪਾਉਣ ਵਾਸਤੇ ਸਾਡੇ ਵਰਗੇ ਜੀਵਾਂ ਨੂੰ ਵੀ ਤਨ ਜਿਹੜਾ ਸੇਵਾ ਕਰਕੇ ਪਵਿੱਤਰ ਹੁੰਦਾ, ਸਿਰ ਦੀ ਪਵਿੱਤਰਤਾ ਟੋਕਰੇ ਚੁੱਕਣ ਨਾਲ ਹੁੰਦੀ। ਜਿਹੜੇ ਪੈਰਾਂ ਨਾਲ ਚੱਲੇਗਾ ਪੈਰਾਂ ਦੀ ਸਫਲਤਾ, ਜਿਹੜੇ ਹੱਥ ਟੋਕਰੇ ਨੂੰ ਲੱਗ ਜਾਣਗੇ ਹੱਥਾਂ ਦੀ ਸਫਲਤਾ ਬਣ ਜਾਵੇਗੀ। ਆਪ ਟੋਕਰੀਆਂ ਢੋਂਦੇ ਨੇ, ਕਿਨਾਰੇ ਤੇ ਬੈਠ ਕੇ ਸੰਗਤਾਂ ਨੂੰ ਪ੍ਰੇਰਣਾ ਦਿੰਦੇ। ਅੱਜ ਵੀ ਉਹ ਬੇਰ ਬਾਬਾ ਬੁੱਢਾ ਸਾਹਿਬ ਜੀ ਦੀ ਬੇਰੀ ਇਹ ਸਾਨੂੰ ਸਮਝਾਉਂਦੀ ਕਿ ਇਸ ਧਰਤੀ ਤੇ ਬੈਠ ਕੇ ਕਦੇ ਬ੍ਰਹਮ ਗਿਆਨੀ ਮਹਾਂਪੁਰਖ ਨੇ ਆਪ ਸੇਵਾਵਾਂ ਸਰੋਵਰ ਦੀਆਂ ਕੀਤੀਆਂ ਤੇ ਕਰਵਾਈਆਂ ਨੇ। ਇੱਥੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਮਹਾਨ ਜਿਹੜੇ ਪਰਉਪਕਾਰ ਦੇ ਕਾਰਜ ਕੀਤੇ, ਬਾਬਾ ਬੁੱਢਾ ਸਾਹਿਬ ਜੀ ਨੂੰ ਮੁਖੀ ਰੱਖ ਕਰਕੇ ਸਾਰੇ ਕਾਰਜ ਸਤਿਗੁਰੂ ਕਰਦੇ ਰਹੇ। ਜਿਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪਣੇ ਤਾਇਆ ਜੀ ਦੇ ਪੁੱਤਰ ਸਹਾਰੀ ਮੱਲ ਦੇ ਪੁੱਤਰ ਦੀ ਸ਼ਾਦੀ ਤੇ ਲਾਹੌਰ ਗਏ ਨੇ, ਪਿਤਾ ਜੀ ਦਾ ਹੁਕਮ ਮੰਨ ਕਰਕੇ ਪਿਰਥੀ ਚੰਦ ਨੇ ਸਤਿਗੁਰੂ ਪਾਤਸ਼ਾਹ ਦੀਆਂ ਚਿੱਠੀਆਂ ਖਤ ਜਿਹੜੇ ਲੁਕੋ ਕੇ ਛਪਾ ਕੇ ਰੱਖ ਲਏ ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਖੀਸੇ ਵਿੱਚੋਂ ਕਢਵਾਏ। ਉਦੋਂ ਜਿਹੜੀ ਡਿਊਟੀ ਸੀ ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਲਾਈ। ਕਹਿੰਦੇ ਬਾਬਾ ਜੀ ਜਾਓ ਤੁਸੀਂ ਸਾਡੇ ਛੋਟੇ ਸਾਹਿਬਜ਼ਾਦੇ ਅਰਜਨ ਦੇਵ ਨੂੰ ਲਾਹੌਰ ਤੋਂ ਪਿਆਰ ਨਾਲ ਲੈ ਕੇ ਆਓ। ਹੁਕਮ ਮੰਨਿਆ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ। ਲਾਹੌਰ ਤੋਂ ਗੁਰੂ ਅਰਜਨ ਸਾਹਿਬ ਜੀ ਨੂੰ ਲੈਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਗਏ ਨੇ। ਬੜੀਆਂ ਅਧਿਆਤਮਕ ਵਿਚਾਰਾਂ ਹੋਈਆਂ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਲ। ਆਪਣੀ ਅਵਸਥਾ ਬੜੀ ਸੀਮਤ ਜਾਣ ਕੇ ਚੌਥੇ ਪਿਤਾ ਸਤਿਗੁਰੂ ਨੇ ਬਚਨ ਕੀਤਾ, ਬਾਬਾ ਜੀ ਇਹ ਗੁਰੂ ਨਾਨਕ ਸਾਹਿਬ ਦੀ ਜੋਤ ਕਿਹੜੇ ਤਨ ਵਿੱਚ ਜਾ ਕੇ ਟਿਕੇਗੀ।
ਸਭ ਕੁਝ ਅੰਤਰਜਾਮੀ ਨੇ। ਸਤਿਗੁਰੂ ਪਾਤਸ਼ਾਹ ਦਿਲਾਂ ਦਿਲਾਂ ਦੀਆਂ ਜਾਣਦੇ ਨੇ, ਤਰਲੋਕੀ ਦੇ ਗਿਆਤੇ ਹਨ। ਪਰੰਤੂ ਬਾਬਾ ਜੀ ਨੂੰ ਮਾਣ ਦੇਣ ਵਾਸਤੇ ਪੁੱਛਦੇ ਨੇ ਤਾਂ ਬਾਬਾ ਬੁੱਢਾ ਸਾਹਿਬ ਨੇ ਕਹਿ ਦਿੱਤਾ ਸੀ, ਇਹ ਜੋਤ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਆਪ ਜੀ ਦੇ ਦੁਆਰਾ ਹੁੰਦੇ ਹੋਏ ਗੁਰੂ ਅਰਜਨ ਸਾਹਿਬ ਦੇ ਹਿਰਦੇ ਵਿੱਚ ਸਮਾਵੇਗੀ। ਕਿਉਂਕਿ ਸਰਬ ਗੁਣ ਸੰਪੰਨ ਗੁਰੂ ਅਰਜਨ ਦੇਵ ਸਾਹਿਬ ਜੀ ਨਿਮਰਤਾ ਦੀ ਹੱਦ ਹਨ, ਸ਼ਾਂਤ ਸਰੂਪ ਹਨ, ਮਿੱਠ ਬੋਲੜੇ ਨੇ, ਮਹਾਨ ਵਿਦਵਾਨ ਹਨ ਤੇ ਗੁਰਬਾਣੀ ਜਦੋਂ ਉਚਾਰਨ ਕਰਦੇ ਤੇ ਚਸ਼ਮੇ ਫੁੱਟਦੇ ਨੇ ਅੰਦਰੋਂ। ਪਿਰਥੀ ਚੰਦ ਜੀ ਵਰਗੇ ਬਿਨਾਂ ਕਾਰਨ ਤੋਂ ਈਰਖਾ ਕਰਦੇ ਗੁਰੂ ਦੇ ਨਾਲ। ਫਿਰ ਉਥੇ ਇਹ ਬਚਨ ਵੀ ਬਾਬਾ ਬੁੱਢਾ ਸਾਹਿਬ ਨੇ ਕਿਹਾ, ਸਤਿਗੁਰੂ ਇਹ ਜੋਤ ਅਰਜਨ ਸਾਹਿਬ ਦੇ ਹਿਰਦੇ ਵਿੱਚ ਜਾ ਕੇ ਸਮਾਵੇਗੀ। ਉਥੇ ਬੈਠ ਕੇ ਗੁਰੂ ਨਾਨਕ ਸਾਹਿਬ ਸੰਗਤਾਂ ਦੀ ਕਲਿਆਣ ਕਰਨਗੇ ਅਰਜਨ ਦੇਵ ਜੀ ਦੇ ਦੁਆਰਾ। ਫਿਰ ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗਏ ਗੁਰੂ ਰਾਮਦਾਸ ਸਾਹਿਬ। ਉਥੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ, ਜੋਤੀ ਜੋਤ ਸਮਾਏ ਨੇ ਤੇ ਗੁਰਤਾ ਗੱਦੀ ਜਿਹੜੀ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪ ਦੇ ਕਰਕੇ ਮੱਥਾ ਟੇਕ ਦਿੱਤਾ। ਜਿਹੜੀ ਦਸਤਾਰਬੰਦੀ ਦੀ ਰਸਮ ਸੀ ਇਹ ਬਾਅਦ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਦੁਸਹਿਰੇ ਦੇ ਵਕਤ ਕਰਨ ਲੱਗੇ ਨੇ। ਸੰਗਤਾਂ ਦਸਤਾਰਾਂ ਲੈ ਕੇ ਆਈਆਂ। ਸਾਰੀਆਂ ਸੰਗਤਾਂ ਬੇਨਤੀ ਕੀਤੀ, ਬਾਬਾ ਜੀ ਜਿੱਥੇ ਆਪ ਜੀ ਨੇ ਤਿਲਕ ਦੀ ਸੇਵਾ ਕੀਤੀ ਉਥੇ ਦਸਤਾਰ ਵੀ ਆਪਣੇ ਕਰ ਕਮਲਾਂ ਨਾਲ ਸਜਾਓ। ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੀਸ ਤੇ ਗੁਰਤਾ ਗੱਦੀ ਦੀ ਦਸਤਾਰ ਸੰਗਤਾਂ ਵੱਲੋਂ ਜਿਹੜੀ ਆਈ ਸੀ ਬਾਬਾ ਜੀ ਸਜਾਉਣ ਲੱਗੇ, ਪਿਰਥੀ ਚੰਦ ਨੇ ਝਪਟ ਮਾਰ ਕੇ ਦਸਤਾਰ ਖਿੱਚ ਲਈ। ਕਹਿਣਾ ਕੀਤਾ, ਇਥੋਂ ਤੱਕ ਸ਼ਬਦ ਬੋਲਿਆ ਕਿ ਗੁਰੂ ਅਰਜਨ ਸਾਹਿਬ ਦੇ ਕੋਲੋਂ ਤੂੰ ਵੀ ਹਿੱਸਾ ਲੈ ਲਿਆ ਹੋਵੇਗਾ ਤੇ ਗੁਰੂ ਅਰਜਨ ਸਾਹਿਬ ਦਾ ਤੁਸੀਂ ਪੱਖ ਕਰਦੇ ਹੋ। ਬਾਬਾ ਜੀ ਕਹਿਣ ਲੱਗੇ, ਭਲਿਆ ਜਿੱਦਣ ਗੁਰੂ ਰਾਮਦਾਸ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ ਸੀ ਚਰਨਾਂ ਤੇ, ਜੋਤ ਤਾਂ ਗੁਰੂ ਦੀ ਉਦਨੀ ਸਰੀਰ ਵਿੱਚ ਪ੍ਰਵੇਸ਼ ਕਰ ਗਈ ਸੀ। ਇਹ ਤਾਂ ਜਿਹੜੀ ਸੰਸਾਰ ਵਿੱਚ ਮਰਜ਼ਾਦਾ ਉਹਨੂੰ ਮੁੱਖ ਰੱਖ ਕਰਕੇ ਦਸਤਾਰ ਸਜਾਉਣ ਲੱਗੇ, ਬਾਕੀ ਸਿਰ ਦੇ ਉੱਤੇ ਕੱਪੜੇ ਦੀ ਦਸਤਾਰ ਦੇ ਨਾਲ ਨਹੀਂ ਕੁਝ ਬਣਦਾ। ਚਾਹੇ ਹੋਰ ਵੀ ਤੂੰ ਦਸਤਾਰਾਂ ਸਿਰ ਤੇ ਬੰਨ ਲੈ, ਜਿਹੜੀ ਜੋਤ ਗੁਰੂ ਨਾਨਕ ਦੀ ਉਹ ਗੁਰੂ ਅਰਜਨ ਸਾਹਿਬ ਦੇ ਹਿਰਦੇ 'ਚ ਹੀ ਟਿਕੇਗੀ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ ਤੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਸਮੁੱਚੀਆਂ ਸੰਗਤਾਂ ਨੂੰ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਜੋੜਿਆ। ਬਹੁਤ ਵੱਡੀ ਦੇਣ ਬਾਬਾ ਬੁੱਢਾ ਸਾਹਿਬ ਜੀ ਦੀ। ਫਿਰ ਗੁਰੂ ਅਰਜਨ ਸਾਹਿਬ ਜੀ ਨੇ ਕਿੱਡਾ ਮਾਣ ਦਿੱਤਾ ਬਾਬਾ ਜੀ ਨੂੰ। ਘਰ ਦੇ ਵਿੱਚ ਸੰਤਾਨ ਨਹੀਂ ਹੈ, ਮਾਤਾ ਗੰਗਾ ਜੀ ਰੋਜ਼ਾਨਾ ਅਰਦਾਸਾਂ ਕਰਦੇ ਨੇ, ਦੀਨ ਦੁਨੀਆ ਦੇ ਮਾਲਕ ਪਤੀ ਦੇਵ ਸਤਿਗੁਰੂ ਦੁਨੀਆ ਦੇ ਲੋਕ ਪੁੱਤਰਾਂ ਦੀਆਂ ਦਾਤਾਂ ਲੈ ਕੇ ਜਾਂਦੇ। ਗੁਰੂ ਨਾਨਕ ਦੇ ਦਰ ਵਿੱਚੋਂ ਕਿਰਪਾ ਕਰੋ ਘਰ ਵਿੱਚ ਵੀ ਕੋਈ ਪੁੱਤਰ ਦੀ ਦਾਤ ਮਿਲ ਜਾਵੇ। ਸਤਿਗੁਰੂ ਕੀ ਨਹੀਂ ਕਰ ਸਕਦੇ, ਇੱਕ ਮਾਣ ਦੇਣਾ ਆਪਣੇ ਪਿਆਰੇ ਨੂੰ। ਬ੍ਰਹਮ ਗਿਆਨੀ ਦੀ ਜਿਹੜੀ ਸੋਭਾ ਵਡਿਆਈ ਦੁਨੀਆ ਵਿੱਚ ਪ੍ਰਗਟ ਕਰਨੀ, ਕਹਿ ਦਿੱਤਾ ਸਤਿਗੁਰੂ ਪਾਤਸ਼ਾਹ ਨੇ, ਗੰਗਾ ਜੀ ਜਾਓ ਬੀੜ ਦੀ ਧਰਤੀ ਤੇ ਉਥੇ ਬਾਬਾ ਬੁੱਢਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖੀ ਕਮਾਉਣ ਵਾਲਾ ਗੁਰਸਿੱਖ ਬੈਠਾ, ਉਹ ਜੇ ਬਚਨ ਕਰ ਦੇਵੇਗਾ ਤੇ ਪੁੱਤਰ ਪੈਦਾ ਹੋ ਸਕਦਾ ਹੈ। ਕਿਵੇਂ ਜਾਈਏ? ਸਤਿਗੁਰੂ ਪਾਤਸ਼ਾਹ ਕਹਿੰਦੇ ਸੇਵਾ ਕਰੋ ਜਾ ਕੇ ਮਹਾਂਪੁਰਖ ਦੀ। ਘਰ ਦੇ ਵਿੱਚੋਂ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ। ਦਾਸੀਆਂ ਗੋਲੀਆਂ ਨੂੰ ਨਾਲ ਲੈ ਕੇ ਰਥਾਂ ਵਿੱਚ ਸਵਾਰ ਹੋ ਕੇ ਮਾਤਾ ਜੀ ਬੀੜ ਬਾਬਾ ਬੁੱਢਾ ਸਾਹਿਬ ਸਥਾਨ ਤੇ ਗਏ ਨੇ। ਸ਼ਾਹੀ ਠਾਠ ਬਾਠ ਦੇ ਨਾਲ ਜਦੋਂ ਰਥਾਂ ਦੀਆਂ ਪਈਆਂ ਦੀਆਂ ਚੀਕਾਂ ਵੱਜੀਆਂ, ਕੰਨਾਂ ਵਿੱਚ ਆਵਾਜ਼ ਪਈ ਬਾਬਾ ਜੀ ਦੇ, ਤੇ ਪੁੱਛਿਆ ਨਾਲ ਦੇ ਸੇਵਕਾਂ ਨੂੰ ਇਹ ਚੀਕਾਂ ਕਿਸ ਦੀਆਂ ਸੁਣਾਈ ਦਿੰਦੀਆਂ? ਤਾਂ ਸੇਵਕ ਕਹਿੰਦੇ ਜੀ ਇਹ ਗੁਰੂ ਕੇ ਮਹਿਲ ਆ ਰਹੇ ਨੇ ਰਥਾਂ ਵਿੱਚ। ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਕ ਸੁਆਮੀ, ਤੇ ਕੋਈ ਪਰਵਾਹ ਨਹੀਂ ਹੋਇਆ ਕਰਦੀ ਬ੍ਰਹਮ ਗਿਆਨੀ ਦੀ ਰਸਨਾ ਤੋਂ ਬਚਨ ਹੋਏ। ਗੁਰੂ ਕਿਆਂ ਨੂੰ ਕਿੱਧਰ ਨੂੰ ਭਾਜੜਾਂ ਪੈ ਗਈਆਂ। ਜਦੋਂ ਮਾਤਾ ਜੀ ਨੂੰ ਪਤਾ ਲੱਗਿਆ ਵੀ ਆਹ ਬਚਨ ਰਸਨਾ ਤੋਂ ਨਿਕਲ ਚੁੱਕਿਆ ਬ੍ਰਹਮ ਗਿਆਨੀ ਦਾ, ਤੇ ਹੁਣ ਉਹ ਪਛਤਾਤਾਪ ਕਰਦੇ ਨੇ।
ਸਤਿਗੁਰੂ ਪਾਤਸ਼ਾਹ ਦੇ ਕੋਲ ਆਏ ਨਿਰਾਸ਼ ਹੋ ਕਰਕੇ ਗੁਰੂ ਅਰਜਨ ਸਾਹਿਬ ਜੀ ਪੁੱਛਦੇ, ਗੰਗਾ ਜੀ ਬਰ ਲੈਣ ਗਏ ਸੀ, ਚਿਹਰਾ ਮੁਰਝਾਇਆ ਪਿਆ, ਕੀ ਹੋਇਆ? ਮਾਤਾ ਜੀ ਕਹਿੰਦੇ ਬਰ ਲੈਣ ਗਏ ਸੀ ਤੇ ਬਚਨ ਤਾਂ ਆ ਕਰ ਦਿੱਤੇ ਬਾਬਾ ਜੀ ਨੇ। ਸਤਿਗੁਰੂ ਕਹਿੰਦੇ ਗੰਗਾ ਜੀ ਕਿਵੇਂ ਗਏ ਸੀ? ਕਹਿੰਦੇ ਰਥਾਂ ਵਿੱਚ ਬੈਠ ਕੇ ਦਾਸੀਆਂ ਗੋਲੀਆਂ ਦੇ ਸਿਰਾਂ ਤੇ ਜਿਹੜੇ ਪਦਾਰਥ ਚੁਕਾ ਕੇ ਗਏ ਸੀ। ਸਤਿਗੁਰੂ ਕਹਿੰਦੇ ਪੂਰਨ ਪੁਰਖਨ ਕੇ ਢਿਗ ਜਾਨੋ, ਦੰਭ ਨਾ ਕੀਨੋ ਕਛੂ ਵਿਚਾਰ। ਜਦੋਂ ਕਿਸੇ ਪੂਰਨ ਮਹਾਂਪੁਰਖ ਤਤ ਵੇਤੇ ਬ੍ਰਹਮ ਗਿਆਨੀ ਦੇ ਕੋਲ ਜਾਣਾ, ਉਥੇ ਪਖੰਡ ਨਾ ਕਰੀਏ। ਕੁਝ ਵਿਚਾਰ ਕੇ, ਸਮਝ ਕਰਕੇ, ਸੋਚ ਕਰਕੇ ਮੈਂ ਰੱਬ ਦੇ ਪਿਆਰੇ ਕੋਲ ਚੱਲਿਆ, ਉਹਦੀ ਬਖਸ਼ਿਸ਼ ਕਿਵੇਂ ਮਿਲੇ? ਨਿਮਰਤਾ ਨਾਲ ਜਾਣਾ ਚਾਹੀਦਾ। ਫਿਰ ਉਹ ਸਾਰੀ ਵਿਧੀ ਸਤਿਗੁਰਾਂ ਨੇ ਦੱਸੀ। ਅੰਮ੍ਰਿਤ ਵੇਲੇ ਉੱਠਣਾ, ਕੇਸੀ ਇਸ਼ਨਾਨ ਕਰਨਾ, ਲੱਸੀ ਦਹੀਂ ਹੱਥਾਂ ਨਾਲ ਮਧਾਣੀ ਪਾ ਕੇ ਰਿੜਕਣਾ, ਮੱਖਣ ਕੱਢ ਕੇ ਕੁੱਜੇ ਵਿੱਚ ਪਾ ਲਿਓ, ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਸੀਸ ਤੇ ਰੱਖਣੇ ਨੇ, ਗੰਢਾ ਲੈ ਕੇ ਜਾਇਓ। ਬਾਬਾ ਜੀ ਬੜੇ ਪ੍ਰਸੰਨ ਹੁੰਦੇ ਪਿਆਜ਼ ਛਕ ਕਰਕੇ। ਇਹ ਸਾਰੀ ਸਤਿਗੁਰੂ ਪਾਤਸ਼ਾਹ ਨੇ ਜਦੋਂ ਮਰਜ਼ਾਦਾ ਦੱਸ ਦਿੱਤੀ। ਨੰਗੇ ਚਰਨੀ ਜਾਣਾ ਇਹ ਸਤਿਕਾਰ ਹੈ ਮਹਾਂਪੁਰਖ ਦਾ। ਮਾਤਾ ਜੀ ਨੇ ਉਸੇ ਤਰ੍ਹਾਂ ਸਾਰਾ ਕੁਝ ਤਿਆਰ ਕੀਤਾ, ਹੱਥੀਂ ਪ੍ਰਸ਼ਾਦੇ ਤਿਆਰ ਕੀਤੇ, ਨੰਗੇ ਚਰਨੀ ਤੁਰੇ ਨੇ ਆਪਣੇ ਸੀਸ ਦੇ ਉੱਤੇ ਪਦਾਰਥ ਰੱਖ ਕਰਕੇ। ਜਦੋਂ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਨੇੜੇ ਗਏ, ਉੱਠ ਕੇ ਬਾਬਾ ਜੀ ਖੜੇ ਹੋ ਗਏ। ਕਹਿਣ ਲੱਗੇ ਮਾਤਾ ਛੇਤੀ ਭੋਜਨ ਲਿਆਓ, ਭੁੱਖ ਬੜੀ ਲੱਗੀ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਪਰਮਾਤਮਾ ਵੀ ਪ੍ਰੇਮ ਦਾ ਭੁੱਖਾ ਤੇ ਵਾਹਿਗੁਰੂ ਦੇ ਪਿਆਰਿਆਂ ਨੂੰ ਵੀ ਪ੍ਰੇਮ ਦੀ ਭੁੱਖ ਹੈ। ਆਵਾਜ਼ ਮਾਰ ਕੇ ਜਦੋਂ ਮਾਤਾ ਜੀ ਤੋਂ ਪ੍ਰਸ਼ਾਦਾ ਛਕਣ ਲੱਗੇ ਨੇ, ਤਾਂ ਗੰਢਾ ਕੱਢ ਕੇ ਮਾਤਾ ਜੀ ਨੇ ਜਦੋਂ ਹੱਥ ਦੇ ਉੱਤੇ ਬਾਬਾ ਜੀ ਦੇ ਕਰ ਕਮਲਾਂ ਤੇ ਰੱਖਿਆ, ਇੱਕ ਹੱਥ ਨਾਲ ਮੁੱਠੀ ਮਾਰ ਕੇ ਗੰਢਾ ਤੋੜਦੇ ਨੇ, ਦੂਰ ਤੱਕ ਖਿਲਰ ਗਿਆ। ਮਾਤਾ ਜੀ ਨੇ ਇਹ ਨਹੀਂ ਕਿਹਾ ਮੈਨੂੰ ਪੁੱਤਰ ਦੀ ਜਾਚਨਾ, ਪੁੱਤਰ ਦੀ ਲੋੜ ਹੈ। ਬ੍ਰਹਮ ਗਿਆਨੀ ਦੀ ਰਸਨਾ ਤੋਂ ਬਚਨ ਹੋਇਆ, ਮਾਤਾ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਐਸਾ ਲਾਲ ਪ੍ਰਗਟ ਹੋਵੇਗਾ ਜਿਵੇਂ ਗੰਢਾ ਟੁੱਟਿਆ ਤੇ ਬੈਰੀਆਂ ਦੇ ਸਿਰ ਗੰਢਿਆਂ ਵਾਂਗ ਭੰਨਿਆ ਕਰੇਗਾ। ਇਹ ਪਹਿਲਾ ਵਰਸੀ ਬਾਬਾ ਬੁੱਢਾ ਸਾਹਿਬ ਜੀ ਦਾ। ਇੰਨੇ ਸਮੇਂ ਨੂੰ ਕੀ ਹੋਇਆ? ਕਿਉਂਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਜਿੱਧਰ ਵੀ ਨਜ਼ਰ ਜਾਂਦੀ ਉਹਨੂੰ ਪਰਮਾਤਮਾ ਹੀ ਦਿਸਦਾ ਹੈ। ਆਕਾਸ਼ ਦੇ ਅੰਦਰ ਬੱਦਲ ਗਰਜਿਆ ਹੈ, ਉਹਦੀਆਂ ਬਹੁਤ ਦੂਰ ਤੱਕ ਆਵਾਜ਼ਾਂ ਸੁਣਾਈ ਦਿੱਤੀਆਂ, ਕਾਲੀਆਂ ਘਟਾਂ ਚੜ੍ਹ ਕੇ ਆ ਗਈਆਂ। ਜਦੋਂ ਬੱਦਲਾਂ ਦੇ ਗਰਜਣ ਦੀ ਆਵਾਜ਼ ਬਾਬਾ ਜੀ ਦੇ ਕੰਨਾਂ ਵਿੱਚ ਪਈ, ਕਹਿੰਦੇ ਮਾਤਾ ਜਿਵੇਂ ਬੱਦਲ ਗੱਜਦਾ, ਇਉਂ ਤੇਰੇ ਲਾਲ ਦੇ ਨਗਾਰੇ ਮੈਦਾਨੇ ਜੰਗ ਵਿੱਚ ਗੱਜਿਆ ਕਰਨਗੇ। ਦੂਜਾ ਵਰ ਦੇ ਦਿੱਤਾ। ਤੀਸਰੇ ਉਸੇ ਵੇਲੇ ਆਕਾਸ਼ ਦੇ ਅੰਦਰ ਜਦੋਂ ਬੱਦਲ ਖੜਕਦੇ ਨੇ, ਅਸਮਾਨੀ ਬਿਜਲੀ ਚਮਕਦੀ ਹੈ, ਚਾਨਣ ਹੋਇਆ ਧਰਤੀ ਤੇ, ਉਸ ਪਾਸੇ ਦ੍ਰਿਸ਼ਟੀ ਗਈ ਬਾਬਾ ਜੀ ਦੀ। ਤੀਜਾ ਵਰ ਦੇ ਦਿੱਤਾ, ਮਾਤਾ ਜੀ ਤੇਰੇ ਲਾਲ ਦੀਆਂ ਤਲਵਾਰਾਂ ਮੈਦਾਨੇ ਜੰਗ ਵਿੱਚ ਬਿਜਲੀ ਵਾਂਗ ਚਮਕਿਆ ਕਰਨਗੀਆਂ। ਇੰਨੇ ਸਮੇਂ ਨੂੰ ਹੌਲੀ ਹੌਲੀ ਮਿੱਠੀ ਮਿੱਠੀ ਕਣੀ ਦਾ ਮੀਂਹ ਪੈਣ ਲੱਗ ਪਿਆ। ਜਿੰਨੀਆਂ ਕਣੀਆਂ ਧਰਤੀ ਤੇ ਡਿੱਗਦੀਆਂ ਨੇ ਮਿੱਟੀ ਵਿੱਚ ਹੀ ਸਮੋ ਜਾਂਦੀਆਂ। ਉਧਰ ਦ੍ਰਿਸ਼ਟੀ ਗਈ ਤੇ ਬਚਨ ਕਰ ਦਿੱਤਾ, ਜਿਵੇਂ ਅਸਮਾਨ ਵਿੱਚੋਂ ਕਣੀਆਂ ਡਿੱਗਦੀਆਂ ਧਰਤੀ ਵਿੱਚ ਸਮਾ ਜਾਂਦੀਆਂ, ਇਸੇ ਤਰ੍ਹਾਂ ਤੁਹਾਡੇ ਲਾਲ ਕਦੇ ਕਦੇ ਨਾਮ ਦੀ ਵਰਖਾ ਕਰਿਆ ਕਰਨਗੇ। ਜਿਹੜੇ ਗੁਰਮੁਖ ਇਹਨਾਂ ਦੇ ਬਚਨ ਸੁਣਿਆ ਕਰਨਗੇ, ਉਹਨਾਂ ਦੇ ਹਿਰਦਿਆਂ ਵਿੱਚ ਬਾਣੀ ਇਉਂ ਸਮਾਇਆ ਕਰੇਗੀ ਜਿਵੇਂ ਕਣੀਆਂ ਮਿੱਟੀ ਦੇ ਵਿੱਚ ਆ ਕੇ ਧਰਤੀ 'ਚ ਸਮਾਉਂਦੀਆਂ ਨੇ। ਇਹ ਚਾਰ ਜਿਹੜੇ ਵਰਸੀ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਮਾਤਾ ਗੰਗਾ ਜੀ ਨੂੰ ਪ੍ਰਾਪਤ ਹੋਏ। ਉਸ ਮਹਾਂਪੁਰਖ ਦੇ ਫਿਰ ਵਰ ਦੇ ਨਾਲ 1 ਸਾਲ ਤੋਂ ਬਾਅਦ ਗੁਰੂ ਕੀ ਬਡਾਲੀ ਵਿਖੇ ਤੇ 6ਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਗੁਰੂ ਦਾ ਪ੍ਰਕਾਸ਼ ਹੋਇਆ। 3 ਸਾਲ ਦਾ ਜਿਹੜਾ ਸਮਾਂ ਗੁਰੂ ਕੀ ਬਡਾਲੀ ਸਤਿਗੁਰੂ ਪਾਤਸ਼ਾਹ ਰਹੇ, ਉਹ ਵੀ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਸਖਿਆਤ ਕਰਨ ਵਾਸਤੇ ਕਿਹਾ ਸੀ। ਗੁਰੂ ਕਿਆਂ ਨੂੰ ਕਿੱਧਰ ਨੂੰ ਭਾਜਣਾ ਪੈ ਗਈਆਂ। ਕਿਸੇ ਦਾ ਡਰ ਨਹੀਂ, ਗੁਰੂ ਨੂੰ ਖੌਫ ਭੈ ਨਹੀਂ ਹੈ।
ਉਸ ਮਹਾਂਪੁਰਖ ਦੇ ਬਚਨਾਂ ਨੂੰ ਪ੍ਰਗਟ ਕਰਨ ਦੇ ਲਈ ਅੰਮ੍ਰਿਤਸਰ ਤੋਂ ਗੁਰੂ ਕੀ ਬਡਾਲੀ ਗਏ। ਉੱਥੇ ਛੇਵੇਂ ਪਿਤਾ ਸਤਿਗੁਰੂ ਦਾ ਅਵਤਾਰ ਹੁੰਦਾ ਹੈ। ਫਿਰ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਹੜੀ ਦਸਤਾਰਬੰਦੀ ਦੀ ਰਸਮ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ। ਜਦੋਂ ਗੁਰਤਾ ਗੱਦੀ ਦੇ ਤਖਤ ਦੇ ਉੱਤੇ ਬਿਠਾਉਣ ਲੱਗੇ ਨੇ, ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਹੁਕਮ ਸੀ ਅੰਤਲੇ ਸਮੇਂ ਲਾਹੌਰ ਦਾ, ਇਹ ਪੰਜਾਂ ਸਿੱਖਾਂ ਨੇ ਸੁਣਾਇਆ ਕਿ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਸਾਡੇ ਲਾਲ ਨੂੰ ਗੁਰਤਾ ਗੱਦੀ ਦੇ ਤਖਤ ਤੇ ਬਿਠਾ ਕਰਕੇ ਦਸਤਾਰਬੰਦੀ ਦੀ ਰਸਮ ਕੀਤੀ ਜਾਵੇ, ਇਹਨਾਂ ਨੂੰ ਸ਼ਾਸਤਰ ਧਾਰੀ ਬਣਾਇਆ ਜਾਵੇ, ਘੋੜੇ ਰੱਖਣ, ਸੈਨਾ ਇਕੱਠੀ ਕਰਨ, ਤਖਤ ਦੀ ਰਚਨਾ ਕਰਨ। ਇਹ ਸਾਰੀ ਜਿਹੜੀ ਮਰਜ਼ਾਦਾ ਫਿਰ ਬਾਬਾ ਜੀ ਨੇ ਅੱਗੇ ਹੋ ਕੇ ਕੀਤੀ। ਜਿਹੜੀਆਂ ਦੋ ਸ੍ਰੀ ਸਾਹਿਬਾਂ ਮੀਰੀ ਤੇ ਪੀਰੀ ਦੀਆਂ, ਕੁਝ ਵਿਦਵਾਨ ਇਹ ਵੀ ਕਹਿ ਦਿੰਦੇ ਜਿਨ੍ਹਾਂ ਨੇ ਇਤਿਹਾਸ ਤੋਂ ਕੁਝ ਸਿੱਖਿਆ ਨਹੀਂ ਜਾਂ ਵਿਚਾਰਿਆ ਨਹੀਂ, ਕਹਿੰਦੇ ਜੀ ਪਹਿਲਾਂ ਸਤਿਗੁਰਾਂ ਨੇ ਸੱਜੇ ਪਾਸੇ ਨੂੰ ਸ੍ਰੀ ਸਾਹਿਬ ਪਾ ਲਈ ਤੇ ਬਾਅਦ ਵਿੱਚ ਕਹਿੰਦੇ ਇਹ ਕਿਉਂ ਲਾਉਣੀ ਤੇ ਇੱਕ ਹੋਰ ਪਾ ਲੈਂਦੇ ਹਾਂ। ਗੁਰੂ ਦੇ ਇਤਿਹਾਸ ਨੂੰ ਤੋੜ ਮਰੋੜਨ ਦਾ ਯਤਨ ਕਰਦੇ ਇਹ ਦੋਵੇਂ ਸ੍ਰੀ ਸਾਹਿਬਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਾਤਰੇ ਵਿੱਚ ਗਲ ਵਿੱਚ ਪਾਈਆਂ। ਜਿਹੜੀ ਵਿਦਿਆ ਸੀ ਸ਼ਾਸਤਰਾਂ ਦੀ ਸਾਰੀ ਬਾਬਾ ਬੁੱਢਾ ਸਾਹਿਬ ਜੀ ਨੇ, ਜਿੱਥੇ ਅੱਜ ਖਾਲਸਾ ਕਾਲਜ ਬਣਿਆ ਅੰਮ੍ਰਿਤਸਰ ਦੀ ਧਰਤੀ ਤੇ, ਇੱਥੇ ਘੋੜ ਸਵਾਰੀ ਦੀ, ਨੇਜਾਬਾਜੀ ਦੀ, ਸ਼ਾਸਤਰਾਂ ਦੀ ਜਿੰਨੀ ਗੱਤਕੇ ਦੀ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਦਿੰਦੇ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਜਿੰਨੇ ਅਕਸ਼ਰਾਂ ਦੀ ਵਿਦਿਆ ਇਹ ਵੀ ਬ੍ਰਹਮ ਗਿਆਨੀਆਂ ਨੇ ਪੜ੍ਹਾਈ ਹੈ। ਇਉਂ ਬਾਬਾ ਜੀ ਦੀ ਜਿਹੜੀ ਦੇਣ ਹੈ, ਸ੍ਰੀ ਸਾਹਿਬਾਂ ਵੀ ਗਾਤਰੇ ਵਿੱਚ ਪਾਈਆਂ ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਹਿ ਕਰਕੇ ਕਿੰਨੀ ਘਾਲਣਾ ਬਾਬਾ ਜੀ ਨੇ ਕੀਤੀ ਹੈ। ਇੱਕ ਇੱਕ ਬਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਕਦੇ ਮੋੜਨਾ ਨਹੀਂ ਕੀਤਾ, ਕਦੇ ਮਾਣ ਨਹੀਂ ਕੀਤਾ ਮੈਂ ਏਡੇ ਵੱਡੇ ਸਤਿਗੁਰਾਂ ਤੋਂ ਲੈ ਕੇ ਸਿੱਖੀ ਕਮਾਉਂਦਾ ਆ ਰਿਹਾ। ਸਤਿਗੁਰੂ ਪਾਤਸ਼ਾਹ ਨੇ ਫਿਰ ਉਹ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦਾ ਮਾਣ ਤੇ ਸਤਿਕਾਰ ਕਿਵੇਂ ਬਰਕਰਾਰ ਰੱਖਿਆ। ਕੋਈ ਕਿਸੇ ਪ੍ਰਕਾਰ ਦੀ ਗੋਹਜ ਤੋਂ ਗੋਹਜ ਕੋਈ ਵਿਚਾਰ ਹੁੰਦੀ, ਗੁਰੂ ਹਰਗੋਬਿੰਦ ਸਾਹਿਬ ਜੀ ਵੱਖਰਿਆ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਨਾਲੋਂ ਸਾਂਝੀ ਕਰਿਆ ਕਰਦੇ। ਇਉਂ ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ 125 ਸਾਲ ਦੀ ਆਜੂ ਜਿਹੜੀ ਹੈ ਮਾਤ ਲੋਕ ਦੇ ਵਿੱਚ ਭੋਗਣਾ ਕੀਤੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ, ਪਹਿਲੇ ਗ੍ਰੰਥੀ ਹੋਣ ਦਾ ਮਾਣ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤਾ। ਰਾਮਸਰ ਦੇ ਪਾਵਨ ਪਵਿੱਤਰ ਸਥਾਨਾਂ ਤੋਂ ਗੁਰਬਾਣੀ ਦਾ ਸਰੂਪ ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਰੱਖਿਆ ਤੇ ਆਪ ਸਤਿਗੁਰੂ ਚੌਰ ਸਾਹਿਬ ਦੀ ਸੇਵਾ ਕਰਦੇ ਸਨ। ਇਸ ਲਈ ਬਾਬਾ ਜੀ ਨੇ ਆਪਣੇ 125 ਸਾਲਾਂ ਦੇ ਵਿੱਚੋਂ ਜਿਹੜੀ 113 ਸਾਲ ਮਹਾਨ ਸਿੱਖੀ ਕਮਾਈ, ਕਿਉਂਕਿ 12 ਸਾਲ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨਾਲ ਮਿਲਾਪ ਹੋਇਆ। ਉਸੇ ਦਿਨ ਤੋਂ ਜਦੋਂ ਜੋਤ ਅੰਦਰ ਜਗਾ ਦਿੱਤੀ, ਗਿਆਨ ਪ੍ਰਗਟ ਕਰ ਦਿੱਤਾ, ਫਿਰ ਅਵਸਥਾ ਵਿੱਚ ਕਦੇ ਫਰਕ ਨਹੀਂ ਵੇਖਿਆ। ਐਸੇ ਨਾਮ ਦੇ ਰਸੀਏ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਟਿਕਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਨੰਨ ਸੇਵਕ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਅੱਜ ਆਪਾਂ ਸਾਲਾਨਾ ਜਿਹੜਾ ਸੰਗਤਾਂ ਰਲ ਮਿਲ ਕਰਕੇ ਜੋੜ ਮੇਲ ਮਨਾ ਰਹੇ ਹਾਂ। ਐਸੇ ਮਹਾਂਪੁਰਖਾਂ ਦੇ ਜੀਵਨਾਂ ਵਿੱਚੋਂ ਬਹੁਤ ਕੁਝ ਮਿਲ ਜਾਂਦਾ। ਜੋੜ ਮੇਲੇ ਮਨਾਉਣ ਦਾ ਭਾਵ ਹੁੰਦਾ ਕਿ ਕਿਤੇ ਇੱਕੋ ਬਚਨ ਗੁਰੂ ਦੇ ਪਿਆਰੇ ਦਾ ਜ਼ਿੰਦਗੀ ਵਿੱਚ ਆ ਕੇ ਵਸ ਜਾਵੇ ਤੇ ਜ਼ਿੰਦਗੀ ਵਿੱਚ ਬਹੁਤ ਵੱਡਾ ਪਲਟਾ ਆ ਜਾਂਦਾ। ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਕਰਨੀ ਨੂੰ, ਉਹਨਾਂ ਬਾਬਾ ਬੁੱਢਾ ਸਾਹਿਬ ਜੀ ਦੀ ਭਗਤੀ ਨੂੰ, ਉਹਨਾਂ ਦੇ ਜਪ ਨੂੰ, ਉਹਨਾਂ ਦੇ ਤਪ ਨੂੰ, ਉਹਨਾਂ ਦੀ ਕੀਤੀ ਸੇਵਾ ਨੂੰ ਸਾਡਾ ਸਿਰ ਝੁਕਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਐਸੇ ਮਹਾਂਪੁਰਖਾਂ ਦੇ ਬਾਰੇ ਬਚਨ ਕਹੇ ਕਿ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਆਓ,
ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸਦਾ ਸਾਡੀ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਮਸਕਾਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਾਡੇ ਵੀ ਜੀਵਨ ਦੇ ਅੰਦਰ ਕੋਈ ਐਸਾ ਕਿਣਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਸਤਿਗੁਰੂ ਪਾਤਸ਼ਾਹ ਨਾਮ ਦੀ ਕਿਤੇ ਕਣੀ ਵਸਾ ਦੇਣ, ਸਾਡਾ ਵੀ ਜੀਵਨ ਜਿਹੜਾ ਗੁਰਮੁਖਤਾਈ ਦੇ ਰਸਤੇ ਵੱਲ ਨੂੰ ਤੁਰਨ ਵਾਲਾ ਬਣ ਜਾਵੇ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਸਮੁੱਚੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਦੇ ਚਰਨ ਕਮਲਾਂ ਵਿੱਚ ਜੁੜ ਕਰਕੇ ਗੁਰਬਾਣੀ, ਗੁਰ ਇਤਿਹਾਸ, ਕਥਾ, ਕੀਰਤਨ ਸ਼ਰਵਣ ਕੀਤੇ ਹਨ। ਸਤਿਗੁਰੂ ਜੀ ਸਾਰਿਆਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ, ਸਾਰਿਆਂ ਦੇ ਘਰਾਂ ਅੰਦਰ ਸੁਖ ਸ਼ਾਂਤੀ ਅਤੇ ਬੱਚਿਆਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਸੰਸਾਰੀ ਵਿਦਿਆ ਦਾ ਦਾਨ ਤੇ ਨਾਲ ਅਧਿਆਤਮਿਕ ਵਿਦਿਆ ਦਾ ਦਾਨ ਵੀ ਸਤਿਗੁਰੂ ਪਾਤਸ਼ਾਹ ਬੱਚਿਆਂ ਨੂੰ ਦੇਣ, ਤਾਂ ਕਿ ਸਾਡੇ ਜਿਹੜੇ ਬੱਚੇ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਮਹਾਨ ਗੁਰੂ ਦੀ ਸਿੱਖੀ ਨੂੰ ਕਮਾ ਕੇ ਗੁਰੂ ਨਾਨਕ ਦੇ ਦਰ ਦੇ ਮਹਾਨ ਅਨੰਨ ਸੇਵਕ ਹੋ ਸਕਦੇ ਹਨ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਇਥੋਂ ਦੇ ਪ੍ਰਬੰਧਕ ਵੀਰ ਸਤਿਕਾਰਯੋਗ ਭਾਈ ਦਲਜੀਤ ਸਿੰਘ ਜੀ ਜੋ ਮੁੱਖ ਪ੍ਰਬੰਧਕ ਨੇ, ਬੜੀ ਨਿਮਰਤਾ ਵਾਲੇ, ਪ੍ਰੇਮ ਭਾਵਨਾ ਵਾਲੇ ਹਨ। ਸਤਿਗੁਰੂ ਪਾਤਸ਼ਾਹ ਦੀ ਕਿਰਪਾ, ਗੁਰਬਾਣੀ ਦਾ ਕੀਰਤਨ ਗੁਰਬਾਣੀ ਦੇ ਨਾਲ ਜੋੜਦੇ ਤੇ ਆਪ ਜੁੜਿਆ ਹੋਇਆ ਹੀ ਜੋੜ ਸਕਦਾ। ਸਿਮਰਨ ਆਪ ਕਰਦੇ ਤੇ ਦੂਸਰੇ ਨੂੰ ਪ੍ਰੇਰਣਾ ਦੇ ਕਰਕੇ ਸਿਮਰਨ ਨਾਲ ਜੋੜਨ ਵਾਲੇ ਨੇ। ਉਹਨਾਂ ਗੁਰੂ ਪਿਆਰਿਆਂ ਦਾ ਤਹਿ ਦਿਲੋਂ ਧੰਨਵਾਦ। ਹੋਰ ਇੱਥੇ ਮੇਰੇ ਸਤਿਕਾਰਯੋਗ ਗਿਆਨੀ ਬਲਰਾਜ ਸਿੰਘ ਜੀ ਜੋ ਗ੍ਰੰਥੀ ਸਹਿਬਾਨ ਹਨ, ਉਹਨਾਂ ਦਾ ਧੰਨਵਾਦ। ਮੇਰੇ ਬਹੁਤ ਹੀ ਸਤਿਕਾਰਯੋਗ ਗਿਆਨੀ ਸੁਰਜੀਤ ਸਿੰਘ ਜੀ, ਜਿਹੜੇ ਅਸਥਾਨਾਂ ਤੇ ਛੋਟੇ ਛੋਟੇ ਬੱਚਿਆਂ ਨੂੰ ਤੇ ਵੱਡੇ ਸਿਆਣਿਆਂ ਨੂੰ ਸਾਰਿਆਂ ਨੂੰ ਗੁਰਬਾਣੀ ਦੀ ਸੰਥਾ ਕਰਵਾਉਂਦੇ ਨੇ। ਗੁਰਬਾਣੀ ਦਾ ਇੱਕ ਸ਼ਬਦ ਕਿਸੇ ਨੂੰ ਸਿਖਾ ਦੇਣਾ ਏਡਾ ਵੱਡਾ ਮਹਾਤਮ ਕਿ 100 ਕਿਤੇ ਜਿਹੜਾ ਮੰਦਰ ਸੋਨੇ ਦਾ ਦਾਨ ਕਰ ਦੇਣਾ ਤੇ ਉਹਦੇ ਬਰਾਬਰ ਦਾ ਮਹਾਤਮ ਇੱਕ ਸ਼ਬਦ ਦੀ ਸਿੱਖਿਆ ਦੇਣ ਦਾ ਹੈ। ਇਸ ਲਈ ਇਹਨਾਂ ਨੇ ਬਹੁਤ ਆਪਣਾ ਜਿਹੜਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਜੋੜਦੇ ਨੇ। ਬਹੁਤ ਵੱਡੀ ਬਖਸ਼ਿਸ਼ ਹੈ ਸਤਿਗੁਰੂ ਪਾਤਸ਼ਾਹ ਜੀ ਦੀ। ਹੋਰ ਅਨੇਕਾਂ ਗੁਰਮੁਖ ਰੂਹਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜੀਆਂ ਹੋਈਆਂ। ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 3 ਦਿਨ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕੀਤੇ ਨੇ, ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ਹੈ। ਕਿਸੇ ਦੇ ਦਿਲ ਨੂੰ ਕੋਈ ਠੇਸ ਪੁੱਜੀ ਹੋਵੇ, ਕੋਈ ਇਹੋ ਜਿਹਾ ਸ਼ਬਦ ਬੋਲਿਆ ਗਿਆ ਹੋਵੇ ਤੇ ਦਾਸ ਖੇਮਾ ਦਾ ਜਾਚਕ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਰਹਿਮਤ ਕਰਨ। ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਹੈ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਵਾਈ ਹੈ। ਇੰਨਾ ਸਮਾਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਗੁਰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।